स्वागत है आप सब का प्राइम एशिया टीवी ते। मैं हाँ नवजीत ते प्रोग्राम का नाम है प्राइम डिस्कशन विद जितेंद्र पन्नू। देश दुनिया के चलंत मसलों ते गलबात करांगे। एक सूबा है उत्थे एंबूलेंस का कपड़ा सामने आया। 7-8 लाख की एंबूलेंस है तो कई गुणा ज़्यादा उहदा रेट रख दिता गया तो खरीदियां गई। दोष लगते पे आ सरकारां ते। बरगाड़ी मोर्चा फिर लगन की तैयारी में है। एक दवाई भी बड़ी चर्चा में है। इन्हां सारियां खबरां ते चर्चा करते हैं। पर सब तो पहला स्वागत सीनियर पत्रकार जितेंद्र पन्नू का। पन्नू साहब बहुत बहुत स्वागत जी। पन्नू साहब हर बंदा दा लाई जाता जिहदा भी लगता पिया। बिहार तो खबर है एंबूलेंसा का घपला सामने आ गया। 7 लाख की सी किन्ने दियां उन्हें लईयां सरकार ते हुण दोष लगते पे आ। ये पहला घपला ने जी दूसरा पहला ये सी कि साबका पार्लीमेंट मैंबर पप्पू यादव ने जाके एक दिन फोटो लैके सारिया सोशल मीडिया ते पा दित्तियां जी कि राजीव प्रताप रूडी जिहड़ा भाजपा का सीनियर लीडर है, वाजपेयी सरकार वेले केंद्री मंत्री हुंदा सी, उदों भी कई किस्म के चर्चा च रहा सी। ਉਹਦੇ घर किन्नियां सारियां कई दर्जन एंबूलेंसां खड़ियां ढक के रखियां ने। जिन्हें आखिर लोग तो मंग करन दे, तुसीं एंबूलेंसां क्यों नहीं तोड़ रहे? ਇਹਦਾ जवाब कोई नहीं दिता गया कि सरकारी पैसे नाल आईयां एंबूलेंसां उत्थे खड़ियां की करदियां सन। जी उल्टा ये किया गया कि जिन्हें ये भेद खोलिया पप्पू यादव के उत्ते केस दर्ज कर दिता गया और जेल भेज दिता गया। यानी अपनी शक्ल चंगी नहीं तो शीशा तोड़ दो, ये काम शुरू कर दिता गया जी। हुण उहदे तो बाद आ एक नवां स्कैंडल आ गया सामने। पता ये लगा कि जड़ियां एंबूलेंसां वो गड्डियां आम तौर पर फैक्ट्री जी बेचती है, वो 7-7 लाख रुपये च बेचियां जा रही ने। ते बिहार सरकार नूं एंबूलेंस बनाउण वास्ते उही गड्डियां जड़ियां ने वो 21 ते 22 लाख नूं बेचियां गईयां ने। ਇਹਦਾ ਮੁੱਲ 3 ਗੱਡੀਆਂ ਦਾ ਮੁੱਲ ਇੱਕ ਗੱਡੀ ਦੇ ਬਦਲੇ ਦਿੱਤਾ ਗਿਆ जी ਤੇ ਇੰਨਾ ਮੁੱਲ ਕੰਪਨੀ ਤਾਂ ਨਹੀਂ ਲੈ ਸਕਦੀ, ਗੱਡੀਆਂ ਬਣਾਉਣ ਵਾਲੀ ਕੰਪਨੀ। ਉਸ ਕੰਪਨੀ ਦੇ ਨਾਂ ਦੇ ਉੱਤੇ ਇਹ ਪੈਸੇ ਪਾ ਕੇ ਤੇ ਮਾਲ ਖਰੀਦਣ ਵਾਲਿਆਂ ਨੇ, ਪਾਰਲੀਮੈਂਟ ਮੈਂਬਰਾਂ ਨੇ, ਮੰਤਰੀਆਂ ਨੇ, ਹੋ ਸਕਦਾ ਵਿੱਚੋਂ ਥੋੜਾ ਬਹੁਤ ਚੋਗਾ ਅਫਸਰਾਂ ਨੂੰ ਵੀ ਪਾਇਆ ਗਿਆ ਹੋਵੇ, ਉਹਨਾਂ ਨੇ ਰਲ ਕੇ ਖਾਧਾ ਪੀਤਾ ਹੋਵੇਗਾ। ਜੀ। ਹੋਇਆ ਕਿੱਥੇ? ਉਸ ਬਿਹਾਰ ਦੇ ਵਿੱਚ ਜਿੱਥੇ ਲਿਆਜੀ ਮੁੱਖ ਮੰਤਰੀ ਬਣਾਇਆ, ਉਹਦਾ ਮੁੱਖ ਮੰਤਰੀ ਬਣਨ ਦਾ ਹੱਕਦਾਰ ਨਹੀਂ ਗਾ ਨਤੀਸ਼ ਕੁਮਾਰ। ਮਾੜੀ ਮੋਟੀ ਸ਼ਰਮ ਹੋਵੇ ਤੇ ਛੱਡ ਕੇ ਪਾਸੇ ਹੋ ਜਾਏ ਕਿ ਮੇਰੀਆਂ ਸੀਟਾਂ ਘੱਟ ਨੇ, ਭਾਜਪਾ ਦੀਆਂ ਵੱਧ ਆ, ਤੁਸੀਂ ਬਣਾ ਲਓ ਆਪਣਾ ਬਣਾਉਣਾ। ਪਰ ਉਹ ਕੁਰਸੀ ਦਾ ਮੋਹ ਨਹੀਂ ਛੱਡ ਸਕਿਆ ਜੀ। ਉਹ ਗੱਦੀ ਤੇ ਬੈਠਾ। ਉਹਨੂੰ ਸਾਰੇ ਸੁਸ਼ਾਸਨ ਬਾਬੂ ਕਹਿੰਦੇ ਆ। ਸ਼ਾਸਨ ਹੁੰਦਾ ਰਾਜ ਪ੍ਰਬੰਧ ਚਲਾਉਣਾ, ਉਹ ਸ਼ਾਸਨ ਤੋਂ ਵੀ ਅੱਗੇ ਵੱਧ ਕੇ ਸੁਸ਼ਾਸਨ ਕੇ ਬਹੁਤ ਵਧੀਆ ਰਾਜ ਪ੍ਰਬੰਧਕ ਹੈ जी ਜਿਹਦੇ ਰਾਜ ਪ੍ਰਬੰਧ ਦੇ ਵਿੱਚ ਅਸੀਂ ਪਹਿਲਾਂ ਇਹ ਵੇਖਿਆ ਸੀ ਕਿ ਇੱਕ ਉਹਨੇ ਪੁਲ ਦਾ ਉਦਘਾਟਨ ਕੀਤਾ ਤੇ ਉਦਘਾਟਨ ਤੋਂ 1 ਮਹੀਨੇ ਬਾਅਦ ਟੁੱਟ ਗਿਆ। ਦੂਸਰਾ ਪੁਲ ਦਾ ਉਦਘਾਟਨ ਕੀਤਾ ਤੇ ਉਦਘਾਟਨ ਵਾਲੇ ਦਿਨ ਟੁੱਟ ਗਿਆ। ਤੀਸਰਾ ਪੁਲ ਜਿਹੜਾ ਸੀ ਉਹਦੇ ਉਦਘਾਟਨ ਦੀ ਤਰੀਕ ਰੱਖੀ ਸੀ, ਨਤੀਸ਼ ਕੁਮਾਰ ਘਰੋਂ ਨਹੀਂ ਸੀ ਤੁਰਿਆ ਤੇ ਪੁਲ ਟੁੱਟ ਗਿਆ ਸੀ। जी ਉਹ ਪੁਲਾਂ ਦੇ ਪੈਸੇ ਕੌਣ ਖਾ ਗਿਆ? ਰੌਲਾ ਤੇ ਉਦੋਂ ਵੀ ਪਿਆ ਸੀ। ਹੁਣ ਆ ਗੱਡੀਆਂ ਦੇ ਵਿੱਚ ਹੇਰਾਫੇਰੀ, ਇਹਦਾ ਮਤਲਬ ਇਹ ਹੈ ਕਿ ਨਤੀਸ਼ ਕੁਮਾਰ ਨੂੰ ਫਾਈਲਾਂ ਦੇ ਉੱਤੇ ਰੱਖਣ ਵਾਲਾ ਪੇਪਰਵੇਟ ਬਣਾ ਕੇ ਅਸਲ ਵਿੱਚ ਭਾਜਪਾ ਦੇ ਲੀਡਰ ਜਿੱਦਾਂ ਬਾਕੀ ਸੂਬਿਆਂ 'ਚ ਕਰ ਰਹੇ ਨੇ, ਅੰਨੀ ਕਰਪਸ਼ਨ ਚਲਾ ਰਿਹਾ। ਜਿੱਥੋਂ ਜਿੱਥੇ ਦਾ ਲੱਗਦਾ ਹਰ ਪਾਸਿਆਂ ਤੋਂ ਲਾਈ ਜਾਂਦੇ ਨੇ ਕੁੰਡੀ, ਕੋਈ ਇਹਨਾਂ ਨੂੰ ਪੁੱਛਣ ਵਾਲਾ ਹੀ ਨਹੀਂ। जी ਇਹ ਕੰਮ ਉੱਤਰ ਪ੍ਰਦੇਸ਼ ਵੀ ਚੱਲਦਾ, ਇਹੋ ਜਿਹੇ ਸਕੈਂਡਲ ਮੱਧ ਪ੍ਰਦੇਸ਼ 'ਚ ਬਹੁਤ ਆਏ ਨੇ। ਹੁਣ ਇੱਥੇ ਬਿਹਾਰ ਦੇ ਵਿੱਚ ਵੀ ਨਿਕਲਿਆ ਕਿ ਗੱਡੀ ਦੇ ਨਾਲੋਂ 3 ਗੁਣਾ ਮੁੱਲ ਦੇ ਦਿਓ ਤੇ ਸਰਕਾਰ ਉਹਦੀ ਪੜਤਾਲ ਵੀ ਕਰਾਉਣ ਨੂੰ ਤਿਆਰ ਨਹੀਂ। ਪੰਜਾਬੀ 'ਚ ਕਹਿੰਦੇ ਆ ਲਾਹ ਤੀ ਲੋਈ ਤੇ ਕਰੂਗਾ ਕੋਈ। जी ਸਰਕਾਰ ਬੇਸ਼ਰਮ ਵੀ ਹੋਵੇ ਤੇ ਇੰਨੀ ਜ਼ਿਆਦਾ ਨਹੀਂ ਚਾਹੀਦੀ। जी पर साहब बरगाड़ी मोर्चा फिर लगन की तैयारी में है। इकट्ठ होया, राजनीतिक बंदे भी पहुँच गए आ, ਉਹਦੇ ਵਿੱਚ ਧਾਰਮਿਕ ਬੰਦੇ ਵੀ ਪਹੁੰਚ ਗਏ ਆ। ਇਹ ਕੀ ਲੱਗਦਾ ਫਿਰ ਕਿੱਧਰ ਨੂੰ ਕਹਾਣੀ ਜਾ ਰਹੀ ਆ? ਦੇਖੋ 6 ਸਾਲ ਹੋ ਗਏ ਨੇ ਉਸ ਕਾਂਡ ਨੂੰ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਰੂਪ ਚੋਰੀ ਕੀਤਾ ਗਿਆ। ਜੀ ਚੋਰੀ ਕਰਕੇ ਤੇ ਫਿਰ ਉਹਨੂੰ ਪਾੜ ਕੇ ਉਹਦੇ ਅੰਗ ਵੱਖ-ਵੱਖ ਥਾਵਾਂ ਤੇ ਖਿਲਾਰੇ ਗਏ। ਪਹਿਲਾ ਕੇਸ ਚੋਰੀ ਦਾ, ਦੂਜਾ ਬੇਅਦਬੀ ਦਾ। ਇਹਨਾਂ ਦੋਵਾਂ ਤੋਂ ਪਹਿਲਾਂ ਇੱਕ ਪੋਸਟਰ ਲਾਉਣ ਦਾ ਕੇਸ ਹੋਇਆ ਸੀ, ਜਿਹਦੇ 'ਚ ਸੱਚੇ ਸੌਦੇ ਦੇ ਕੁਝ ਬੰਦਿਆਂ ਨੇ ਲਿਖਿਆ ਸੀ
ਕਿ ਤੁਸੀਂ ਕੀਤੀ ਆ ਸਾਡੇ ਗੁਰੂ ਦੀ ਰਾਮ ਰਹੀਮ ਦੀ ਬੇਇੱਜ਼ਤੀ ਤੇ ਅਸੀਂ ਤੁਹਾਡੇ ਗੁਰੂ ਦੀ ਬੇਇੱਜ਼ਤੀ ਹੁਣ ਕਰਾਂਗੇ। ਇਹ ਸਾਰਾ ਕੁਝ ਉਦੋਂ ਵਾਪਰਿਆ ਜਦੋਂ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਸਰਕਾਰ ਸੀ ਜੀ। ਉਹਨੂੰ 6 ਸਾਲ ਹੋ ਗਏ ਆ। ਪਹਿਲਾਂ ਤਾਂ ਅਕਾਲੀ ਭਾਜਪਾ ਸਰਕਾਰ ਨੇ ਪੌਣੇ 2 ਸਾਲ ਕੱਖ ਨਹੀਂ ਕੀਤਾ ਤੇ ਉਦੋਂ ਬਾਅਦ ਆ ਕੇ 4.25 ਸਾਲ ਇਸ ਸਰਕਾਰ ਨੇ ਕੱਖ ਨਹੀਂ ਕੀਤਾ ਜੀ। ਉਹਨਾਂ ਦਾ ਅਸੀਂ ਸਮਝਦੇ ਸੀ ਕਿ ਉਹਨਾਂ ਨਾਲ ਰਲ ਮਿਲ ਕੇ ਕਰਾਇਆ। ਪਹਿਲਾਂ ਸੱਚੇ ਸੌਦੇ ਵਾਲੇ ਸਾਧ ਨੂੰ ਮੁਆਫੀ ਦੇਣ ਦਾ ਢਕਵੰਜ ਰਚਿਆ ਗਿਆ ਜੀ। ਤਖਤਾਂ ਦੇ ਜਥੇਦਾਰਾਂ ਨੂੰ ਚੰਡੀਗੜ੍ਹ ਸਰਕਾਰੀ ਕੋਠੀ 'ਚ ਸੱਦ ਕੇ ਆਖਿਆ ਗਿਆ ਕਿਹਾ ਕਿ ਚਿੱਠੀ ਅਸੀਂ ਲਿਖੀ ਹੈ, ਇਹਨੂੰ ਜਾ ਕੇ ਤੁਸੀਂ ਹੁਕਮਨਾਮਾ ਬਣਾ ਦਿਓ। ਤੇ ਜਥੇਦਾਰ ਇਦਾਂ ਦੇ ਕਿ ਉਦਾਂ ਸਿੰਘ ਸਾਹਿਬ ਕਹਿ ਕੇ ਸਤਿਕਾਰ ਦਿੱਤਾ ਜਾਂਦਾ, ਪਰ ਉਹ ਸਿੰਘ ਸਾਹਿਬ ਇਦਾਂ ਦੇ ਆ ਕਿ ਪਦਵੀ ਦੇਣ ਵਾਲਿਆਂ ਦੇ ਅੱਗੇ ਝੁਕ ਗਏ ਤੇ ਉਹਨਾਂ ਦੇ ਆਖੇ ਆ ਕੇ ਤੇ ਉਹ ਹੁਕਮਨਾਮਾ ਜਾਰੀ ਕਰਤਾ। ਤੇ ਲੋਕਾਂ 'ਚ ਇੰਨਾ ਗੁੱਸਾ ਕਿ ਅਕਾਲ ਤਖਤ ਦੇ ਜਥੇਦਾਰ ਦਾ ਪੁਤਲਾ ਬਣਾ ਕੇ ਲੋਕਾਂ ਨੇ ਘੜੀਸ ਕੇ ਕੁੱਟ ਕੇ ਤੇ ਫਿਰ ਉਹਨੂੰ ਅੱਗ ਲਾਈ ਜੀ। ਮੁੜ ਕੇ ਉਹ ਹੁਕਮਨਾਮਾ ਵਾਪਸ ਲੈਣਾ ਪਿਆ। ਉਸ ਹੁਕਮਨਾਮੇ ਨੂੰ ਜਾਇਜ਼ ਢਾਉਣ ਵਾਸਤੇ 90 ਲੱਖ ਰੁਪਏ ਦੇ ਇਸ਼ਤਿਹਾਰ ਅੱਡ-ਅੱਡ ਅਖਬਾਰਾਂ 'ਚ ਦੇ ਦਿੱਤੇ ਕਿ ਬਹੁਤ ਵਧੀਆ ਕੰਮ ਹੋਇਆ ਜੀ, ਅਸੀਂ ਬਾਬੇ ਨੂੰ ਮਾਫ ਕਰਤਾ। ਜਦੋਂ ਮਾਫੀ ਵਾਪਸ ਲਈ ਤੇ ਫਿਰ ਉਹ ਭੜਕ ਉੱਠੇ। ਪਹਿਲੀ ਗੱਲ ਤੇ ਉਹ ਕਹਿੰਦੇ ਅਸੀਂ ਮਾਫੀ ਮੰਗੀ ਨਹੀਂ, ਆਪੇ ਤੁਸੀਂ ਚਿੱਠੀ ਬਣਾਈ 6 ਸਾਲ ਪੁਰਾਣੀ ਇੱਕ ਚਿੱਠੀ ਦੇ ਵਿੱਚ ਆਪਣੇ ਕੰਪਿਊਟਰ ਤੇ ਭੰਨ ਘੜ ਕੇ ਤੁਸੀਂ ਮਾਫੀ ਦਾ ਲਫ਼ਜ਼ ਪਾਇਆ, ਸਾਡੇ ਗੁਰੂ ਦੀ ਬੇਇੱਜ਼ਤੀ ਕੀਤੀ। ਦੂਜਾ ਇਹ ਮਾਫੀ ਵਾਪਸ ਲੈ ਕੇ ਤੁਸੀਂ ਬੇਇੱਜ਼ਤੀ ਕੀਤੀ, ਤੁਸੀਂ ਸਾਡੇ ਗੁਰੂ ਦੀ ਬੇਇੱਜ਼ਤੀ ਕੀਤੀ, ਹੁਣ ਤੁਹਾਡੇ ਦੀ ਅਸੀਂ ਕਰਾਂਗੇ। ਇਹ ਜਦੋਂ ਕਹਿਤਾ ਤੇ ਅਕਾਲੀ ਭਾਜਪਾ ਸਰਕਾਰ ਨੂੰ ਚਾਹੀਦਾ ਸੀ ਇਹਨੂੰ ਹੁਣ ਤੋਂ ਰੋਕਦੀ। ਇਹ ਨਹੀਂ ਰੋਕ ਸਕੇ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ, ਬੇਅਦਬੀ ਹੋਈ। ਉਸ ਬੇਅਦਬੀ ਤੋਂ ਬਾਅਦ ਰੋਸ ਕਰਦੇ ਸਿੱਖਾਂ ਦੇ ਉੱਤੇ ਪੁਲਿਸ ਗੋਲੀ ਚੱਲੀ ਬਾਈਬਲ ਕਲਾਂ ਤੇ ਕੋਟਕਪੂਰੇ 'ਚ। ਉਹ 2 ਕੇਸ ਵੱਖਰੇ ਆ ਜੀ। ਹੁਣ ਜਿਹੜਾ ਇਹ ਬਾਈਬਲ ਕਲਾਂ ਕੋਟਕਪੂਰਾ ਉਹਨੂੰ ਛੱਡ ਦਿਓ। ਬਰਗਾੜੀ ਤੱਕ ਦਾ ਮਾਮਲਾ, ਬੇਅਦਬੀ ਦਾ ਮਾਮਲਾ, ਉਹ ਤੇ ਕੱਲ ਜੋ 6 ਸਾਲ ਪੂਰੇ ਹੋਏ ਤੇ ਇੱਕ ਇਕੱਠ ਸੱਦਿਆ ਸੀ, ਉਹ ਸੱਦਿਆ ਸੀ ਸੰਤ ਬਲਜੀਤ ਸਿੰਘ ਦਾਦੂਵਾਲ ਨੇ ਜੀ। ਸਰਦਾਰ ਸਿਮਰਜੀਤ ਸੋਮਾਨ ਵੀ ਆ ਗਏ, ਹੋਰ ਵੀ ਆ ਗਏ। ਉਹਨਾਂ ਨੇ ਸਦਾ ਉੱਥੋਂ ਐਲਾਨ ਕਰਤਾ ਕਿ ਅਸੀਂ 1 ਮਹੀਨੇ ਦਾ ਵਕਤ ਦਿੰਦੇ ਹਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ, ਜਾਂ ਤਾਂ 1 ਮਹੀਨੇ 'ਚ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਪੁੱਤਰ ਦੇ ਖਿਲਾਫ ਕਾਰਵਾਈ ਕਰੋ, ਉਸ ਵਕਤ ਦੇ ਪੁਲਿਸ ਦੇ ਡੀਜੀਪੀ ਦੇ ਖਿਲਾਫ ਕਾਰਵਾਈ ਕਰੋ ਜੀ, ਨਹੀਂ ਤਾਂ ਉਸ ਤਰ੍ਹਾਂ ਦਾ ਮੋਰਚਾ ਲਾਇਆ ਜਾਊਗਾ ਜਿਸ ਤਰ੍ਹਾਂ ਦਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਲਾਇਆ ਸੀ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਮੋਰਚਾ ਕਿੱਥੇ ਲੈ ਗਿਆ ਸੀ, ਉਹਦੇ ਉਸ ਤਰ੍ਹਾਂ ਦਾ ਮੋਰਚਾ ਲਾਉਣਾ ਕਿ ਨਹੀਂ ਲਾਉਣਾ, ਕੀ ਇਹ ਫੈਸਲਾ ਕੱਲ੍ਹ ਸਿਮਰਜੀਤ ਸਿੰਘ ਮਾਨ ਨੇ ਕੀਤਾ, ਬਾਕੀਆਂ ਨੇ ਹੁੰਗਾਰਾ ਭਰਿਆ ਕਿ ਨਹੀਂ ਭਰਿਆ ਜੀ। ਉੱਥੇ ਕੁਝ ਮਤਭੇਦ ਵੀ ਉੱਭਰਿਆ। ਪਰ ਜਿੰਨੀ ਕੁ ਮੈਨੂੰ ਸਮਝ ਪੈਂਦੀ ਆ ਉਹ ਇਹ ਆ ਕਿ ਹੋਰ ਜੋ ਮਰਜ਼ੀ ਹੋ ਜਾਵੇ, ਲੈ ਸਾਰਾ ਜ਼ੋਰ ਲਾ ਲੈਣ। ਕਾਂਗਰਸ ਦਾ ਜਿਹੜਾ ਖਾਖੜ ਕੀ ਆ ਦਿੱਲੀ 'ਚ ਚੱਲਣ ਡਿਆ, ਆਪੋ 'ਚ ਲੜੇ ਫਿਰਦੇ ਨੇ ਜੀ। ਉਹਦੇ ਉੱਤੇ ਦਿੱਲੀ ਕੋਈ ਸਰਬਸੰਮਤੀ ਵੀ ਹੋ ਜੇ, ਸਹਿਮਤੀ ਵੀ ਹੋ ਜੇ, ਫਿਰ ਵੀ ਐਸ 1 ਮਹੀਨੇ ਦੇ ਵਿੱਚ ਕੋਈ ਬਾਦਲ ਪਿਓ ਪੁੱਤ ਨੂੰ ਫੜ ਕੇ ਅੰਦਰ ਦੇ ਦੂਗਾ, ਉਹਨਾਂ ਦੇ ਕਾਰਵਾਈ ਕਰ ਦੂ, ਮੇਰੇ ਮਨ 'ਚ ਨਹੀਂ ਆਉਂਦਾ। ਜੀ। ਕਿਉਂਕਿ ਪਿਛਲੇ ਸਮੇਂ 'ਚ ਇਹ ਸਰਕਾਰ ਤੇ ਪਿਛਲੀ ਸਰਕਾਰ ਦੀ ਆਪੋ ਵਿੱਚ ਜਿਸ ਤਰ੍ਹਾਂ ਦੀ ਤਾਲਮੇਲ ਦੀ ਚਰਚਾ ਚੱਲਦੀ ਰਹੀ, ਜੇ ਤੇ ਉਹ ਚਰਚਾ ਨੂੰ ਖਤਮ ਕਰਕੇ ਤੇ ਅਗਲੀ ਚੋਣ 'ਚ ਸਿੱਧਾ ਸਿੱਝਣ ਵਾਸਤੇ ਜਾਣਾ, ਫਿਰ ਤਾਂ ਇਹਨਾਂ ਦੋਵਾਂ ਨੂੰ ਫੜਨਾ ਪਊ। ਤੇ ਜੇ ਸਿੱਝਣਾ ਨਹੀਂ, ਅੰਦਰ ਖਾਤੇ ਦੀ ਜਿੱਦਾਂ ਉਦੋਂ ਸੈਨਤ ਮਿਲੀ, ਲੋਕੀ ਕਹੀ ਜਾਂਦੇ ਆ ਹੁਣ ਵੀ ਸੈਨਤ ਮਿਲਾਉਣੀ ਹੈ, ਫਿਰ ਕਿਸੇ ਫੜਨਾ ਨਹੀਂ। ਹੁਣ SIT ਨੇ ਅੱਜ ਫਿਰ ਜਿਹੜੀ ਵਿਸ਼ੇਸ਼ ਜਾਂਚ ਟੀਮ ਹੈ ਜੀ ਜੀ, ਉਹਨਾਂ ਨੇ ਸਾਰੀ ਕਹਾਣੀ ਦੱਸ ਦਿੱਤੀ ਕਿ ਫਲਾਣੇ 7 ਬੰਦੇ ਫੜੇ ਦੋਸ਼ੀ ਸਨ। ਉਹਨਾਂ 'ਚੋਂ ਮਹਿੰਦਰਪਾਲ ਬਿੱਟੂ ਤਾਂ ਮਰ ਗਿਆ, ਬਾਕੀ ਫੜੇ ਨੇ। ਉਹਨਾਂ ਨੇ ਮੰਨ ਲਿਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ, ਪਾੜਿਆ, ਪਾੜਨ ਤੋਂ ਬਾਅਦ ਫਲਾਣੇ ਥਾਂ ਖਿਲਾਰਿਆ, ਪੋਸਟਰ ਲਾਏ ਵੀ ਮੰਨ ਲਿਆ, ਹੈਂਡ ਰਾਈਟਿੰਗ ਵੀ ਉਹਨਾਂ ਦੀ ਜਿਹੜੀ ਹੱਥ ਲਿਖਤ ਤੋਂ ਵੀ ਮਿਲਾ ਕੇ ਵੇਖ ਲਈ ਹੈ। ਇਹ ਸਾਰਾ ਕੁਝ ਹੋ ਗਿਆ। ਇਸ ਤੋਂ ਬਾਅਦ ਅਗਲੀ ਕਾਰਵਾਈ ਤੇ ਬਹੁਤ ਸੌਖੀ ਹੋ ਜਾਂਦੀ ਹੈ ਜੀ। ਇਹ ਕੁਝ ਕਰ ਦੇਣ। ਇਸ ਬੇਅਦਬੀ ਕਾਂਡ ਦੇ ਵਿੱਚ ਬਾਦਲ ਪਿਓ ਪੁੱਤ ਨਹੀਂ ਆਉਂਦੇ। ਬਾਦਲ ਪਿਓ ਪੁੱਤ ਜਾਲੀ ਹੁਕਮਨਾਮਾ ਤਿਆਰ ਕਰਾਉਣ 'ਚ ਆ ਸਕਦੇ ਆ। ਤਖਤਾਂ ਦੇ ਜਹੇਦਾਰ, ਉਸ ਵਕਤ ਦਾ ਅਕਾਲ ਤਖਤ ਦਾ ਜਹੇਦਾਰ ਗਿਆਨੀ ਗੁਰਬਚਨ ਸਿੰਘ ਵੀ ਉਹ 'ਚ ਘੇਰਿਆ ਜਾ ਸਕਦਾ ਜੀ। ਪਰ ਬਾਦਲ ਪਿਓ ਪੁੱਤ ਬਰਗਾੜੀ ਦੇ ਇਸ ਕਾਂਡ 'ਚ ਨਹੀਂ ਆਉਂਦੇ। ਉਹ ਬਾਈਬਲ ਕਲਾਂ ਤੇ ਕੋਟਕਪੂਰਾ ਦੇ ਕਾਂਡ 'ਚ ਆਉਂਦੇ ਆ, ਕਿਉਂਕਿ ਪੁਲਿਸ ਨੇ ਗੋਲੀ ਚਲਾਈ ਤੇ ਕਹਿੰਦੇ ਆ ਜੀ ਇਹਨਾਂ ਦੋਵਾਂ ਦੇ ਹੁਕਮ ਤੇ ਚਲਾਈ ਸੀ। ਉਹ ਇਹਦੇ 'ਚ ਨਹੀਂ ਆਉਂਦੇ। ਤੇ ਬਾਈਬਲ ਕਲਾਂ ਤੇ ਕੋਟਕਪੂਰਾ ਵਾਲਾ ਕਾਂਡ ਜਿਹੜਾ, ਉਹਦੇ 'ਚ ਸੱਚੇ ਸੌਦੇ ਵਾਲੇ ਨਹੀਂ ਆਉਂਦੇ। ਉਹਨਾਂ ਦਾ ਰੋਲ ਤਾਂ ਪੋਸਟਰ ਲਿਖਣ, ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਤੇ ਪਾੜ ਕੇ ਖਿਲਾਰਨ ਤੱਕ ਆ।
ਜੀ ਅੱਗੇ ਬਹਿਬਲ ਕਲਾਂ ਤੇ ਕੋਟਕਪੂਰੇ 'ਚ ਸੰਗਤ ਬੈਠੀ ਉੱਤੇ ਗੋਲੀ ਕਿਹਨੇ ਚਲਾਈ, ਕਿਉਂ ਚਲਾਈ, ਕਿਹਦੇ ਹੁਕਮ ਨਾਲ ਚਲਾਈ, ਇਹ ਸਾਰੇ ਕੁਝ ਉਹ ਪਾਸੇ ਰਹਿ ਜਾਂਦੇ ਆ। ਯਾਨੀ ਦੋ ਅੱਡ-ਅੱਡ ਕੇਸ ਨੇ। ਦੋਵਾਂ ਦੇ ਵਿੱਚੋਂ ਇੱਕ ਕੇਸ ਦੇ ਵਿੱਚ ਅੱਗੋਂ 3 ਕੇਸ ਬਣਦੇ ਆ। ਪੋਸਟ ਦਾ ਕੇਸ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ ਦਾ ਕੇਸ ਤੇ ਪਾੜਨ ਦਾ ਕੇਸ, ਖਿਲਾਰਨ ਦਾ ਕੇਸ। ਕੋਟਕਪੂਰਾ ਤੇ ਬਹਿਬਲ ਕਲਾਂ ਆਪਣੇ ਆਪ 'ਚ ਇੱਕ ਕੇਸ ਹੋ ਕੇ ਵੀ 2 ਕੇਸ ਨੇ ਪੁਲਿਸ ਦੀ ਫਾਇਰਿੰਗ ਦੇ। ਇਹ ਸਾਰਾ ਮਾਮਲਾ ਇੰਨਾ ਉਲਝਿਆ ਕਿ ਬਹੁਤੇ ਲੋਕਾਂ ਨੂੰ ਸਮਝ ਹੀ ਨਹੀਂ ਲੱਗਦੀ। ਇੱਕ SIT ਆ, ਇੱਕ ਉਹ ਕੇਸ, ਆਹ ਕੇਸ, ਇਹ ਕੇਸ, ਉਹ ਕੇਸ, ਉਹਦੇ 'ਚ 3 ਬੰਦੇ, ਉਹਦੇ 'ਚ ਸੱਚੇ ਸੌਦੇ ਵਾਲੇ, ਇਹਦੇ 'ਚ ਪੁਲਿਸ ਵਾਲੇ, ਇਹ ਹੋਇਆ ਕੀ ਰਿਹਾ ਜੀ। ਇਹ ਸਾਰਾ ਬਹੁਤ ਕਨਫਿਊਜ਼ਡ ਮਸਲਾ ਆਮ ਲੋਕਾਂ ਦੇ ਪੱਲੇ ਨਹੀਂ ਪੈ ਰਿਹਾ। ਪਰ ਫਿਰ ਵੀ ਅਜੇ ਤੱਕ ਦੀ ਰਿਪੋਰਟ ਦੇ ਮੁਤਾਬਕ ਬੇਅਦਬੀ ਕਾਂਡ ਵਾਲੀ SIT ਜਿਹੜੀ ਆ ਉਹ ਲਗਭਗ ਆਪਣਾ ਕੇਸ ਸਿਰੇ ਲਾ ਚੁੱਕੀ ਹੈ। ਜੇ ਛੇਤੀ ਕਿਸੇ ਪਾਸੇ ਲੈ ਜਾਵੇ ਤੇ ਉਹਦੇ 'ਚ ਫਿਰ ਵੀ ਜਿਹੜੀ ਸਿਮਰਜੀਤ ਸਿੰਘ ਮਾਨ ਨੇ ਗੱਲ ਕਹਿਤੀ ਹੈ ਕਿ 1 ਮਹੀਨੇ ਦੇ ਅੰਦਰ ਬਾਦਲ ਪਿਓ ਪੁੱਤ ਵਾਲੀ ਗੱਲ ਉਹ 'ਚ ਨਹੀਂ ਬਣਨੀ। ਤੇ ਜੇ ਬਦੋ-ਬਦੀ ਬਣਾਉਣ ਦਾ ਯਤਨ ਕੀਤਾ ਗਿਆ ਤੇ ਫਿਰ ਹਾਈ ਕੋਰਟ ਨੇ ਜਿੱਦਾਂ ਕੋਲ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਪਾੜ ਕੇ ਪਾਰੀ ਦੇ ਪਰੇ ਵੀ ਪਾੜ ਦੇ। ਸਭ ਕਈ ਘੁੰਮਣ ਘੇਰੀਆਂ ਦੇਖਦੇ ਆ, ਅਗਲੇ ਮਹੀਨੇ ਦਾ ਸਮਾਂ ਦਿੱਤਾ ਕੀ ਕੀ ਹੁੰਦਾ ਹੈ। ਦਿੱਲੀ ਵੱਲ ਚੱਲਦੇ ਆ। ਗੌਤਮ ਗੰਭੀਰ ਕੋਲ ਕੁਝ ਦਵਾਈਆਂ ਸੀ, ਵੰਡੀਆਂ ਸੀਗੀਆਂ। ਉਸੇ ਵੇਲੇ ਇੱਕ ਹੋਰ ਕੇਸ ਨਿਕਲਦਾ ਹੈ, ਕਿਸੇ ਪਾਰਟੀ ਦਾ ਯੂਥ ਬੰਦਾ ਹੈ, ਉਹ ਦਵਾਈਆਂ ਵੰਡਦਾ ਤਾਂ ਉਹਨੂੰ ਫੜ ਲਿਆ ਜਾਂਦਾ ਹੈ। ਅਦਾਲਤ ਨੇ ਸਖਤ ਰੁਖ ਕੀਤਾ ਸੀਗਾ, ਸਖਤ ਉਸ ਵੇਲੇ ਪੁੱਛਿਆ ਸੀ ਗੌਤਮ ਗੰਭੀਰ ਨੂੰ ਵੀ। ਹੁਣ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲਦੀਆਂ ਪਈਆਂ ਕਈ ਦਵਾਈਆਂ ਨੂੰ ਲੈ ਕੇ। ਕਿਵੇਂ ਦੇਖਦੇ ਆ ਤੁਸੀਂ? ਉਹਦੇ ਉੱਤੇ ਪੋਚਾ ਪਾਉਣ ਵਾਸਤੇ ਭਾਰਤ ਸਰਕਾਰ ਨੇ ਜਿਹੜਾ ਡਰੱਗ ਕੰਟਰੋਲਰ ਹੈ ਉਹਦੇ ਜਿਸ ਤਰ੍ਹਾਂ ਪੇਸ਼ ਕੀਤਾ ਤੇ ਉਹਨੇ ਜਾ ਕੇ ਹਾਈ ਕੋਰਟ 'ਚ ਆਖਿਆ ਆ ਨਹੀਂ ਜੀ ਇਦਾਂ ਸੀ, ਉੱਦਾਂ ਸੀ, ਇਹ ਪੁੰਨਦਾਨ ਦਾ ਕੰਮ ਸੀ, ਇਹ ਸੀ, ਉਹ ਸੀ ਜੀ। ਹਾਈ ਕੋਰਟ ਇੱਕ ਗੱਲ ਤੇ ਅੜ ਗਈ। ਉਹ ਕਹਿੰਦੀ ਠੀਕ ਹੈ ਲੋਕੀ ਕੋਵਿਡ ਨਾਲ ਮਰਦੇ ਪਏ ਸਨ, ਇਹ ਗੱਲ ਠੀਕ ਹੈ ਕਿ ਲੋਕਾਂ ਨੂੰ ਦਵਾਈਆਂ ਨਹੀਂ ਸਨ ਮਿਲਦੀਆਂ, ਇਹ ਠੀਕ ਹੈ ਕਿ ਗੌਤਮ ਗੰਭੀਰ ਨੇ ਪੁੰਨ ਦਾ ਕੰਮ ਕੀਤਾ ਜੀ। ਪਰ ਅੜਚਣ ਇੱਥੇ ਹੈ ਕਿ ਜਿਹੜੀਆਂ ਦਵਾਈਆਂ ਬਾਜ਼ਾਰ 'ਚ ਕਿਤੇ ਲੱਭਦੀਆਂ ਨਹੀਂ, ਬਲੈਕ ਹੁੰਦੀਆਂ ਪਈਆਂ ਨੇ, ਜਿਹੜੀਆਂ ਦਵਾਈਆਂ ਦੀ ਪਿੱਛੋਂ ਸਪਲਾਈ ਨਹੀਂ ਆ ਰਹੀ। ਗੌਤਮ ਗੰਭੀਰ ਨਾ ਡਾਕਟਰ ਹੈ, ਨਾ ਫਾਰਮਾਸਿਸਟ ਹੈ, ਨਾ ਉਹਦੇ ਕੋਲ ਕੈਮਿਸਟ ਦੀ ਸ਼ਾਪ ਦਾ ਲਾਇਸੈਂਸ ਹੈ ਜੀ। ਇਹ ਦਵਾਈਆਂ ਉਹਦੇ ਕੋਲ ਕਿੱਦਾਂ ਆ ਗਈਆਂ ਤੇ ਇੰਨੀਆਂ ਥੋਕ ਵਿੱਚ ਲੋਕਾਂ ਨੂੰ ਵੰਡਣ ਜੋਗੀਆਂ? ਉਹਨੂੰ ਦਿੱਤੀਆਂ ਕਿਹਨੇ? ਕਿ ਅੱਗੇ ਤੋਂ ਲੋਕ ਹੁਣ ਇਸ ਤਰ੍ਹਾਂ ਦਵਾਈਆਂ ਦੀਆਂ ਦੁਕਾਨਾਂ ਤੇ ਨਹੀਂ ਜਾਇਆ ਕਰਨਗੇ, ਸਰਕਾਰ ਦੇ ਮਹਿਕਮਿਆਂ ਕੋਲ ਨਹੀਂ ਜਾਇਆ ਕਰਨਗੇ, ਭਾਜਪਾ ਦੇ ਪਾਰਲੀਮੈਂਟ ਮੈਂਬਰਾਂ ਤੇ ਵਿਧਾਇਕਾਂ ਕੋਲ ਜਾਣਗੇ। ਇਹ ਗੱਲ ਅਦਾਲਤ ਨੇ ਨਹੀਂ ਆਖੀ, ਇਹ ਮੈਂ ਪੁੱਛਦਾ ਜੀ ਕਿ ਰਾਜ ਕਰਨ ਵਾਲੀ ਪਾਰਟੀ ਕੋਲ ਜਾਇਆ ਕਰਨਗੇ। ਇਹ ਮੈਂ ਇਹ ਸਵਾਲ ਇਸ ਕਰਕੇ ਪੁੱਛਦਾ ਕਿ ਮੈਨੂੰ ਅੱਜ ਇਹ ਗੱਲ ਜਾਣ ਕੇ ਬੜੀ ਹੈਰਾਨੀ ਹੋਈ ਕਿ ਭਾਰਤ ਸਰਕਾਰ ਦਾ ਇੱਕ ਆਯੂਸ਼ ਮੰਤਰਾਲਾ ਜਿਹਦੇ ਅੰਡਰ ਆਯੁਰਵੈਦਿਕ ਦਵਾਈਆਂ ਦੀ ਖੋਜ ਹੁੰਦੀ ਹੈ, ਜੀ, ਉਹਨਾਂ ਦੇ ਕੋਲ ਇੱਕ ਆਰਗੇਨਾਈਜੇਸ਼ਨ ਬਣੀ ਆ CCRS। ਉਹ ਜਿਹੜੀ ਆ ਸੈਂਟਰਲ ਕਾਉਂਸਲ ਫਾਰ ਰਿਸਰਚ ਇਨ ਆਯੁਰਵੈਦਿਕ ਸਾਇੰਸਿਸ, ਉਹਨਾਂ ਇੱਕ ਦਵਾਈ ਤਿਆਰ ਕਰ ਦਿੱਤੀ ਆ ਆਯੁਰਵੈਦਿਕ ਦੀ। ਉਹਦਾ ਨਾਮ ਰੱਖਿਆ ਆਯੂਸ਼ 64, ਆਯੂਸ਼ 64 ਪੰਜਾਬੀ ਕੀ। ਉਹ ਜਿਹੜੀ ਆਯੂਸ਼ 64 ਹੈ ਉਹ ਦਵਾਈ ਬਣਾਈ ਭਾਰਤ ਸਰਕਾਰ ਦੇ ਅਦਾਰੇ ਨੇ, ਸੈਂਟਰਲ ਕਾਉਂਸਲ ਫਾਰ ਰਿਸਰਚ ਇਨ ਆਯੁਰਵੈਦਿਕ ਸਾਇੰਸਿਸ ਨੇ। ਦਵਾਈ ਇਹੋ ਜੀ ਹੈ ਕਿ ਜਿਹੜੇ ਕਰੋਨਾ ਦੇ ਮਰੀਜ਼ ਨੇ, ਜਿਹੜੇ ਅਸਿੰਪਟੋਮੈਟਿਕ ਨੇ, ਜਿਨ੍ਹਾਂ ਦੇ ਜੇ ਲੱਛਣ ਬਹੁਤੇ ਬਾਹਰ ਨਹੀਂ ਆਉਂਦੇ, ਜੀ, ਜਿਨ੍ਹਾਂ ਨੂੰ ਘਰਾਂ 'ਚ ਕੁਆਰੰਟਾਈਨ ਕੀਤਾ ਤੇ ਹਸਪਤਾਲ ਲਿਆਉਣ ਦੀ ਲੋੜ ਨਹੀਂ, ਜਿਨ੍ਹਾਂ 'ਚ ਛੋਟੀਆਂ-ਮੋਟੀਆਂ ਜੇ ਸਮੱਸਿਆਵਾਂ ਨੇ, ਸਿਰ ਪੀੜ ਹੋ ਗਈ, ਚੱਕਰ ਆਉਂਦੇ ਆ, ਪਤਾ ਲੱਗ ਗਿਆ ਕਿ ਕਰੋਨਾ ਪੋਜ਼ਿਟਿਵ ਹੈ, ਇਹ ਦਵਾਈ ਉਹਨਾਂ ਦਾ ਇਮਿਊਨ ਸਿਸਟਮ ਵਧਾਉਣ ਵਾਸਤੇ, ਕਰੋਨਾ ਤੋਂ ਉਹਨਾਂ ਨੂੰ ਬਚਾਉਣ ਵਾਸਤੇ ਕੰਮ ਆ ਸਕਦੀ ਹੈ। ਜੀ, ਵਧੀਆ ਗੱਲ ਆ ਸਕਦੀ। ਤੇ ਅਸੀਂ ਆਯੁਰਵੈਦਿਕ ਨੂੰ ਮਾੜਾ ਨਹੀਂ ਕਹਿ ਸਕਦੇ, ਇਹ 'ਚ ਬਹੁਤ ਸਾਰੇ ਗੁਣ ਨੇ। ਜੜੀਆਂ ਬੂਟੀਆਂ 'ਚ ਦਵਾਈਆਂ ਬਣਦੀਆਂ ਨੇ, ਬਹੁਤ ਚੰਗੀ ਗੱਲ ਹੈ। ਇਸ ਚੰਗੀ ਗੱਲ ਨੂੰ ਅੱਗੇ ਜਾ ਕੇ ਵਿਗਾੜ ਦਿੱਤਾ ਗਿਆ ਕਿ ਭਾਰਤ ਸਰਕਾਰ ਨੇ ਫੈਸਲਾ ਕਰ ਲਿਆ ਇਹ ਦਵਾਈ ਮੁਫਤ ਵੰਡੀ ਜਾਵੇਗੀ ਤੇ ਵੰਡਣ ਦਾ ਕੰਮ ਇੱਕ NGO ਯਾਨੀ ਗੈਰ ਸਰਕਾਰੀ ਸੰਸਥਾ, ਨਾਨ ਗਵਰਨਮੈਂਟ ਆਰਗੇਨਾਈਜੇਸ਼ਨ, ਸੇਵਾ ਭਾਰਤੀ ਦੇ ਰਾਹੀਂ ਵੰਡੀ ਜਾਵੇਗੀ। ਸੇਵਾ ਭਾਰਤੀ ਕੌਣ ਹੈ? ਉਹ RSS ਦੀ ਇੱਕ ਸ਼ਾਖਾ। ਉਹਦੀ ਚਿੱਠੀ ਉਹਨਾਂ ਨੇ ਸੂਬਿਆਂ ਨੂੰ ਲਿਖ ਦਿੱਤੀ। ਔਰ ਜਿਹੜਾ ਪੰਜਾਬ ਸਰਕਾਰ ਦਾ ਡਰੱਗ ਲਾਇਸੈਂਸਿੰਗ ਅਥਾਰਟੀ ਆ ਆਯੁਰਵੇਦਾ ਵਾਸਤੇ, ਜੀ, ਡਰੱਗ ਲਾਇਸੈਂਸਿੰਗ ਅਥਾਰਟੀ ਫਾਰ ਆਯੁਰਵੇਦਾ ਪੰਜਾਬ ਸਰਕਾਰ ਦਾ, ਉਹਨਾਂ ਨੇ ਅੱਗੋਂ ਇਹ ਚਿੱਠੀ ਜ਼ਿਲ੍ਹਿਆਂ ਦੇ ਡਾਕਟਰਾਂ ਨੂੰ ਲਿਖ ਦਿੱਤੀ ਹੈ ਕਿ ਸੇਵਾ ਭਾਰਤੀ ਨਾਲ ਤੁਸੀਂ ਕੋਆਪਰੇਟ ਕਰੋ। ਹੁਣ ਪੰਜਾਬ ਦੀ ਸਰਕਾਰ ਨੂੰ ਇਸ ਗੱਲ ਦੇ ਉੱਤੇ ਕੇਂਦਰ ਸਰਕਾਰ ਦੇ ਕੋਲ ਰੋਸ ਕਰਨਾ ਚਾਹੀਦਾ ਸੀ
ਕਿ ਜੇ ਦਵਾਈ ਭਾਰਤ ਸਰਕਾਰ ਦੇ ਕੇਂਦਰ ਦੇ ਇੱਕ ਅਦਾਰੇ ਨੇ ਬਣਾਈ ਹੈ, ਸੈਂਟਰਲ ਕਾਉਂਸਲ ਫਾਰ ਰਿਸਰਚ ਇਨ ਆਯੁਰਵੈਦਿਕ ਸਾਇੰਸਿਸ ਨੇ ਬਣਾਈ ਹੈ, ਜਿਹੜਾ ਭਾਰਤ ਸਰਕਾਰ ਦਾ ਅਦਾਰਾ, ਜੀ ਤੇ ਤੁਸੀਂ ਇੱਕ ਸੰਸਥਾ ਨੂੰ ਕਿਉਂ ਦੇ ਰਹੇ ਹੋ? ਔਰ ਸੰਸਥਾ ਵੀ ਉਹ ਜਿਹੜੀ ਆਰਐਸਐਸ ਨਾਲ ਜੁੜੀ ਹੈ। ਹੋਇਆ ਉਲਟਾ ਕਿ ਪੰਜਾਬ ਸਰਕਾਰ ਨੇ ਉੱਥੇ ਰੋਸ ਨਹੀਂ ਕੀਤਾ, ਬਲਕਿ ਕੋਆਪਰੇਟ ਕਰਨ ਲੱਗ ਪਈ। ਇਹਦਾ ਮਤਲਬ ਕਿ ਸੇਵਾ ਭਾਰਤੀ ਨੂੰ ਪ੍ਰਮੋਟ ਕਰਨ ਵਾਸਤੇ ਪੰਜਾਬ ਸਰਕਾਰ ਹੋ ਮਦਦ ਕਰੇਗੀ। ਜੀ ਇਹ ਮੈਂ ਉਹ ਗੱਲਾਂ ਕਹਿ ਰਿਹਾ ਜਿਹੜੀਆਂ ਮੇਰੇ ਕੋਲ ਐਸ ਵੇਲੇ ਆ, ਜਿਹਦੀ ਚਿੱਠੀ ਵੀ ਮੇਰੇ ਕੋਲ ਮੌਜੂਦ ਹੈ, ਉਹਦੀ ਕਾਪੀ ਮੇਰੇ ਕੋਲ ਹੈ। ਉਹ ਚਰਚਾ ਅਖਬਾਰਾਂ ਵਿੱਚ ਵੀ ਕੁਝ ਸਾਈਟਾਂ ਤੇ ਆ ਗਈ ਆ, ਅਜੇ ਅਖਬਾਰਾਂ 'ਚ ਨਹੀਂ ਛਪੀ, ਅਖਬਾਰਾਂ 'ਚ ਕੱਲ੍ਹ ਛਪੇਗੀ ਜੀ। ਪਰ ਅੱਜ ਕੁਝ ਸਾਈਟਸ ਨੇ ਉਹ ਖਬਰ ਦੇ ਦਿੱਤੀ ਹੈ। ਇਹ ਚਿੱਠੀ ਜਾਰੀ ਹੋਈ ਹੈ ਕੱਲ 1 ਜੂਨ ਦੇ ਦਿਨ। ਅੱਜ 2 ਤਰੀਕ ਨੂੰ ਸਾਡੇ ਕੋਲ ਚਿੱਠੀ ਆਉਂਦੀ ਪਈ ਹੈ। ਗੌਤਮ ਗੰਭੀਰ ਵਾਲਾ ਮਾਮਲਾ ਤਾਂ ਪਿੱਛੇ ਰਹਿ ਗਿਆ ਜੀ। ਔਰ ਉਹ ਦਿੱਲੀ ਹਾਈ ਕੋਰਟ ਠੀਕ ਕਰ ਰਹੀ ਹੈ, ਪੁੱਛਦੀ ਹੈ ਕਿ ਜਿਹੜੀ ਦਵਾਈ ਲੋਕਾਂ ਨੂੰ ਲੱਭਦੀ ਨਹੀਂ ਪਈ ਬਾਜ਼ਾਰ ਦੇ ਵਿੱਚ, ਜਿਹੜੀ ਹਸਪਤਾਲਾਂ 'ਚ ਨਹੀਂ ਮਿਲਦੀ ਪਈ। ਗੌਤਮ ਗੰਭੀਰ ਕੋਵਿਡ ਦੇ ਵਾਇਰੋਲੋਜੀ ਦਾ ਡਾਕਟਰ ਹੈ, ਐਕਸਪਰਟ ਹੈ, ਫਾਰਮਾਸਿਸਟ ਹੈ, ਉਹਦੀ ਕੈਮਿਸਟ ਸ਼ਾਪ ਆ। ਬਿਨਾਂ ਲਾਇਸੈਂਸ ਤੋਂ ਉਹਦੇ ਕੋਲ ਇੰਨੀ ਸਾਰੀ ਦਵਾਈ ਬਲਕ ਵਿੱਚ, ਇੰਨੀ ਇਕੱਠਾ ਢੇਰ ਉਹਨੂੰ ਕਿੱਦਾਂ ਮਿਲ ਗਿਆ ਕਿ ਉਹ ਗਲੀਓ ਗਲੀ ਵੰਡਦਾ ਫਿਰੇ। ਹੁਣ ਆ ਉਹਦੇ ਨਾਲ ਵੀ ਵੱਡਾ ਕਿ ਸਾਰੇ ਹਿੰਦੁਸਤਾਨ 'ਚ ਸੇਵਾ ਭਾਰਤੀ ਨੂੰ ਇਹ ਸੇਵਾ ਦੇ ਦਿਓ, ਕਿਉਂਕਿ ਇੱਕ ਖਾਸ ਆਰਗੇਨਾਈਜੇਸ਼ਨ ਦੀ, ਇੱਕ ਖਾਸ ਜਥੇਬੰਦੀ ਨੂੰ ਇੱਕ ਖਾਸ ਤਰੀਕੇ ਨਾਲ ਪ੍ਰਮੋਟ ਕਰਨਾ, ਇਹ ਕਿੱਦਾਂ ਹੋ ਗਿਆ? ਜੀ ਅਸੀਂ ਉਡੀਕਾਂਗੇ ਭਾਰਤ ਸਰਕਾਰ ਦਾ ਜਵਾਬ ਵੀ, ਪੰਜਾਬ ਸਰਕਾਰ ਦਾ ਜਵਾਬ ਵੀ। ਜੇ ਕੋਈ ਜਵਾਬ ਆਵੇਗਾ ਤੇ ਪ੍ਰਾਈਮ ਏਸ਼ੀਆ ਦੇ ਦਰਸ਼ਕਾਂ ਨੂੰ ਕੱਲ ਜ਼ਰੂਰ ਦੱਸਾਂਗੇ। ਪਰ ਮੈਂ ਸਮਝਦਾ ਤੁਸੀਂ ਸਵਾਲ ਤੇ ਪੁੱਛਿਆ ਗੌਤਮ ਗੰਭੀਰ ਦਾ, ਜੀ। ਗੌਤਮ ਗੰਭੀਰ ਨਾਲੋਂ ਜ਼ਿਆਦਾ ਗੰਭੀਰ ਸਵਾਲ ਇਹ ਬਣ ਗਿਆ ਕਿ ਕੀ ਭਾਰਤ ਸਰਕਾਰ ਦੇ ਇੱਕ ਕੇਂਦਰੀ ਰਿਸਰਚ ਅਦਾਰੇ ਦੀ ਰਿਸਰਚ ਕੀਤੀ ਹੋਈ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ, ਜੀ। ਮਾਲਿਕ ਕੌਣ ਨੇ? ਦੇਸ਼ ਦੇ ਨਾਗਰਿਕ। ਦੇਸ਼ ਦੇ ਨਾਗਰਿਕਾਂ ਦਾ ਮਾਲ ਲੱਗਾ ਹੋਵੇ, ਉਹਨਾਂ ਦਾ ਪੈਸਾ ਲੱਗਾ ਹੋਵੇ, ਤੇ ਇੱਕ ਖਾਸ ਸਿਆਸੀ ਜਿਹੜੀ ਸੰਸਥਾ, ਭਾਵੇਂ ਉਹ ਸਿਆਸੀ ਆਪਣੇ ਆਪ ਨੂੰ ਨਹੀਂ ਕਹਿੰਦੇ, ਉਹ ਸੇਵਾ ਭਾਰਤੀ ਕਹਿੰਦੇ ਨੇ ਜੀ। ਉਹਦੀ ਪਿੱਠ ਜਾ ਕੇ ਸਿਆਸਤ ਨਾਲ ਜੁੜਦੀ ਹੈ। ਉਹਦੇ ਨਾਂ ਦੇ ਉੱਤੇ ਜੇ ਕਿਸੇ ਵੀ ਕਿਸਮ ਦਾ ਕੋਈ ਪੱਖ ਸਰਕਾਰ ਵੱਲੋਂ ਆਵੇ ਜਾਂ ਸੰਸਥਾ ਵੱਲੋਂ ਆਵੇ, ਸਾਨੂੰ ਇਹ ਖੁਸ਼ੀ ਹੋਵੇਗੀ, ਅਸੀਂ ਭਰ ਕੇ ਪ੍ਰਾਈਮ ਏਸ਼ੀਆ ਦੇ ਦਰਸ਼ਕਾਂ ਸਾਹਮਣੇ ਰੱਖਾਂਗੇ। ਪਰ ਇਹ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਇਹਦੇ 'ਚ ਹੋ ਕੀ ਰਿਹਾ, ਜੀ। ਕਿਉਂਕਿ ਉਹਦੀ ਚਰਚਾ ਬਹੁਤ ਪਾਸਿਆਂ ਤੋਂ ਚੱਲ ਰਹੀ ਹੈ। ਘੱਟੋ ਘੱਟ ਇਹ ਜਿਹੜੀ ਗੱਲ ਹੈ ਕਿ ਪੰਜਾਬ ਸਰਕਾਰ ਦੇ ਜਿਹੜਾ ਆਯੁਰਵੈਦਿਕ ਦਾ ਡਾਇਰੈਕਟੋਰੇਟ ਆ, ਉਹਨਾਂ ਨੇ ਇਹੋ ਜਿਹੀ ਚਿੱਠੀ ਅਗਲੇ ਪਾਸੇ ਕਿੱਦਾਂ ਲਿਖ ਦਿੱਤੀ, ਇਹਦੀ ਚਰਚਾ ਜਿਹੜੀ ਚੱਲੀ ਹੈ ਮੇਰੇ ਕੋਲ ਵੀ ਆਈ ਹੈ। ਮੈਂ ਸਮਝਦਾ ਕਿ ਇਹਦਾ ਸਪਸ਼ਟੀਕਰਨ ਮਿਲਣਾ ਚਾਹੀਦਾ। ਮਾਮਲਾ ਗੰਭੀਰ ਹੈ ਤੇ ਦੇਖਦੇ ਹਾਂ ਫਿਰ ਸਰਕਾਰਾਂ ਇਹ 'ਤੇ ਕੀ ਰਾਏ ਰੱਖਦੀਆਂ। ਪਰ ਸਾਹਿਬ, ਦਿੱਲੀ ਗੁਰਦੁਆਰਾ ਕਮੇਟੀ ਵਿੱਚ ਖਿੱਚੋਤਾਣ ਜਾਰੀ ਹੈ, ਜਾਰੀ ਕਾਹਦੀ ਵਧੀ ਗਈ ਹੈ, ਇਹਦਾ ਹੁਣ ਕੀ ਕਾਰਨ ਲੱਗਦਾ? ਦੇਖੋ, ਕੁਝ ਬੰਦੇ ਜਿਹੜੇ ਆ ਉਹਨਾਂ ਨੇ ਕੰਮ-ਕੁਮ ਛੱਡ ਦਿੱਤਾ ਸੀ ਕਿ ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣੀਆਂ, ਚੋਣਾਂ ਤੋਂ ਬਾਅਦ ਹੀ ਆਵਾਂਗੇ। ਜੀ। ਜਦੋਂ ਚੋਣਾਂ ਚੱਲਦੀਆਂ ਰੱਦ ਹੋ ਗਈਆਂ ਦਿੱਲੀ ਦੇ ਵਿੱਚ ਕਰੋਨਾ ਵਾਇਰਸ ਦੀ ਬਿਮਾਰੀ ਵਧਣ ਕਰਕੇ, ਉਹ ਵਾਪਸ ਆ ਗਏ। ਕੱਲ 15 ਮੈਂਬਰ ਇਕੱਠੇ ਜਾ ਕੇ ਤੇ ਦਿੱਲੀ ਦੇ ਵਿੱਚ ਜਨਰਲ ਮੈਨੇਜਰ ਦੇ ਦਫ਼ਤਰ 'ਚ ਬੈਠ ਕੇ ਨੇ। ਉਹਨਾਂ ਜਾ ਕੇ ਆਖਿਆ ਜੀ ਜੂਨੀਅਰ ਮੀਤ ਪ੍ਰਧਾਨ ਸਾਡੇ ਕੋਲ ਹੈ, ਚੁਣਿਆ ਜੂਨੀਅਰ ਮੀਤ ਪ੍ਰਧਾਨ ਹੈ, ਲਿਆਓ ਦਿਓ ਇਹਨੂੰ ਕਿਹੜਾ ਕਮਰਾ ਦਿੰਦੇ ਜੀ। ਮੈਨੇਜਰ ਨੇ ਆਖਿਆ ਜੀ ਤੁਸੀਂ ਐਕਟ ਦੇ ਵਿੱਚ ਦੱਸੋ ਵੀ ਕਿਹੜੀ ਧਾਰਾ ਦੇ ਮੁਤਾਬਕ ਇਹਨੂੰ ਕਮਰਾ ਦਿੱਤਾ ਜਾ ਸਕਦਾ। ਉਹਨੇ ਆਖਿਆ ਜੀ ਠੀਕ ਹੈ, ਤੁਸੀਂ ਸਾਡੇ ਤੋਂ ਧਾਰਾ ਪੁੱਛਦੇ ਆ, ਅਸੀਂ ਤੁਹਾਨੂੰ ਪੁੱਛਦੇ ਹਾਂ ਜੀ ਕਿ ਕੀ ਤੁਹਾਨੂੰ ਨਹੀਂ ਪਤਾ ਵੀ ਤੁਹਾਡਾ ਐਕਟ ਤੇ ਤੁਹਾਡੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਦਾ ਅਧਿਕਾਰ ਖੇਤਰ ਸਿਰਫ ਦਿੱਲੀ ਹੈ। ਇਹਦੇ ਕੋਲ ਜਿਹੜਾ ਰਾਹਤ ਦਾ ਸਮਾਨ ਹੈ, ਉਹ ਸਮੱਗਰੀ ਤੁਸੀਂ ਪੰਜਾਬ ਕਿੱਦਾਂ ਭੇਜ ਰਹੇ ਹੋ? ਤੇ ਪੰਜਾਬ ਭੇਜ ਕੇ ਉਹਦੇ ਉੱਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਟicker ਲਾ ਕੇ ਤੁਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੈਸੇ ਵਾਲੇ ਉਹ ਸਟicker ਜਿਹੜਾ ਮਾਲ ਆ, ਉੱਤੇ ਅਕਾਲੀ ਦਲ ਦੇ ਪ੍ਰਧਾਨ ਦੇ ਸਟicker ਲਾ ਕੇ ਕਿੱਦਾਂ ਉੱਥੇ ਵੰਡ ਰਹੇ ਆ? ਇਹ ਵੀ ਦੱਸ ਦਿਓ ਕਿ ਗੁਰਦੁਆਰਾ ਕਮੇਟੀ ਦੇ ਐਕਟ ਵਿੱਚ ਕਿਹੜੀ ਧਾਰਾ ਮੁਤਾਬਕ ਕਰਦੇ ਆ। ਇਹਦਾ ਮੈਨੇਜਰ ਕੋਲ ਕੋਈ ਜਵਾਬ ਨਹੀਂ। ਉਹਨਾਂ ਨੇ ਨਾਲ ਇਦਾਂ ਦੇ ਕਈ ਸਵਾਲ ਹੋਰ ਖੜੇ ਕਰ ਦਿੱਤੇ ਆ। ਉਹਨਾਂ ਸਵਾਲਾਂ 'ਚ ਇੱਕ ਸਵਾਲ ਇਹ ਆ ਕਿ ਕੰਟਰੋਵਰਸ਼ੀਅਲ ਮਾਮਲਾ ਅਮਿਤਾਭ ਬੱਚਨ ਦਾ, ਜੀ, ਉਹਦੇ ਕੋਲੋਂ ਕਰੋੜਾਂ ਰੁਪਈਆ ਡੋਨੇਸ਼ਨ ਲਿਆ ਗਿਆ। ਉਹ ਡੋਨੇਸ਼ਨ ਜਿਹੜੇ ਗ੍ਰੰਥੀ ਸਿੰਘ ਦੇ ਰਾਹੀਂ ਲਿਆ ਗਿਆ, ਤੁਸੀਂ ਉਹਦਾ ਨਾਂ ਕਿਉਂ ਨਹੀਂ ਦੱਸਦੇ, ਲਿਖਾਉਂਦੇ ਕਿਉਂ ਜੀ? ਤੁਸੀਂ ਉਹ ਜਦੋਂ ਲਿਆ, ਇਸ ਮਾਮਲੇ 'ਚ ਕਿਸੇ ਨਾਲ ਕੋਈ ਗੱਲ ਕੀਤੀ? ਜੇ ਇਹੋ ਜਿਹਾ ਵਾਦ ਵਿਵਾਦ ਦਾ ਮਾਮਲਾ ਸੀ, ਤੁਸੀਂ ਕਿਉਂ ਲਿਆ? ਇਹਦਾ ਵੀ ਜਵਾਬ ਦੇ ਦਿਓ। ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦਾ ਵੀ ਜਵਾਬ ਨਹੀਂ ਦੇ ਰਹੀ। ਅਗਲਿਆਂ ਦਿਨਾਂ 'ਚ ਇਸ ਮੁੱਦੇ ਦੇ ਉੱਤੇ ਬਹਿਸ ਹੋਰ ਤੇਜ਼ ਹੋ ਸਕਦੀ ਹੈ। ਜੀ।
ਤੋਂ ਦੇਖਦੇ ਆ ਵੀ ਬਹਿਸ ਕਿੰਨੀ ਕੁ ਤੇਜ਼ੀ ਨਾਲ ਵੱਧਦੀ ਹੈ ਪਨੂ ਸਾਹਿਬ। ਪਰ ਯੂਪੀ ਦੀ ਆਪਾਂ ਗੱਲ ਜ਼ਰੂਰ ਕਰਾਂਗੇ। ਭਾਜਪਾ ਤੋਂ ਕੇਂਦਰ ਸਰਕਾਰ ਦੀਆਂ ਟੀਮਾਂ ਪਹੁੰਚਦੀਆਂ, ਯੋਗੀ ਆਦਿੱਤਿਆਨਾਥ ਦੀ ਸਰਕਾਰ ਕਿਸ ਤਰ੍ਹਾਂ ਕੰਮ ਕਰ ਰਹੀ ਹੈ ਇਹ ਸਭ ਨੂੰ ਪਤਾ ਹੈ। ਹੁਣ ਕੁਝ ਸਵਾਲ ਕੀਤੇ ਸੀ ਤੇ ਉਹਦੇ ਉੱਪਰ ਵੀ ਸਵਾਲ ਖੜੇ ਹੋ ਗਏ। ਇਹ ਕੀ ਕਹਾਣੀ ਪੂਰੀ? ਦੇਖੋ, ਅੱਜ ਤੱਕ ਦਾ ਰਿਵਾਜ ਹੈ ਕਿ ਜਿਹੜੇ ਸੂਬਿਆਂ 'ਚ ਧੜੱਲੇਦਾਰ ਮੁੱਖ ਮੰਤਰੀ ਹੋਣ ਜੀ, 4 ਸਾਲ ਉਹਨਾਂ ਦੇ ਅੱਗੇ ਕੋਈ ਨਹੀਂ ਬੋਲਦਾ। ਜਦੋਂ 5ਵਾਂ ਸਾਲ ਹੁੰਦਾ ਸਾਰੇ ਭੜਕ ਉੱਠਦੇ ਆ ਤੇ ਆਪਣੇ ਮੁੱਖ ਮੰਤਰੀ ਨੂੰ ਘੇਰਦੇ ਆ। ਉੱਤਰਾਖੰਡ ਦੇ ਵਿੱਚ ਤ੍ਰਿਵਿੰਦਰ ਸਿੰਘ ਰਾਵਤ ਮੁੱਖ ਮੰਤਰੀ ਸੀ, ਭਾਜਪਾ ਵਾਲਿਆਂ ਜਾ ਕੇ ਘੇਰ ਲਿਆ ਤੇ ਭਾਜਪਾ ਦੀ ਕੇਂਦਰ ਦੀ ਲੀਡਰਸ਼ਿਪ ਮਜਬੂਰ ਹੋ ਗਈ, ਉਹਨਾਂ ਨੇ ਬਦਲ ਕੇ ਤ੍ਰਿਵਿੰਦਰ ਸਿੰਘ ਰਾਵਤ ਦੀ ਥਾਂ ਤੇ ਤੀਰਥ ਸਿੰਘ ਰਾਵਤ ਬਣਾਤਾ। ਪੰਜਾਬ ਦੇ ਵਿੱਚ ਕਾਂਗਰਸੀਆਂ ਨੇ ਜਿਹੜਾ ਪੌੜਾ ਪਾਇਆ, ਇਹ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਬਦਲੋ ਤੇ ਰਾਹੁਲ ਗਾਂਧੀ ਤੇ ਉਹਨਾਂ ਦੀ ਟੀਮ ਇਹਨੂੰ ਬਦਲਣ ਨੂੰ ਤਿਆਰ ਨਹੀਂ ਜੀ। ਇਹ ਕਹਿੰਦੇ ਅਗਲੀ ਵਾਰ ਦਾ ਫੈਸਲਾ ਕਰੋ ਕਿਹਨੂੰ ਮੁੱਖ ਮੰਤਰੀ ਦੇ ਤੌਰ ਤੇ ਪੇਸ਼ ਕਰਨਾ, ਉਹ ਕਰਨ ਨੂੰ ਤਿਆਰ ਨਹੀਂ। ਇੱਥੇ ਵੀ ਇਹੋ ਗੱਲ ਚੱਲਦੀ ਪਈ, ਜਾਂ ਇਹਦੇ ਨਾਲ ਡਿਪਟੀ ਮੁੱਖ ਮੰਤਰੀ ਹੋਰ ਲਾ ਦਿਓ, ਲਾਉਂਦੇ ਕਿ ਨਹੀਂ ਲਾਉਂਦੇ ਸਾਨੂੰ ਨਹੀਂ ਪਤਾ। ਇਹ ਇਹਨਾਂ ਦਾ ਕਾਂਗਰਸ ਪਾਰਟੀ ਦਾ ਮਾਮਲਾ। ਇਹੀ ਗੱਲ ਯੂਪੀ 'ਚ ਹੈ। ਯੋਗੀ ਆਦਿੱਤਿਆਨਾਥ ਪਹਿਲਾਂ ਵੀ ਅੜਬੰਗ ਕਿਸਮ ਦਾ, ਹਰ ਇੱਕ ਨਾਲ ਧੌਂਸ ਨਾਲ ਗੱਲ ਕਰਨ ਵਾਲਾ ਯੋਗੀ ਗਿਣਿਆ ਜਾਂਦਾ। ਕਹਿਣ ਨੂੰ ਯੋਗੀ ਆ, ਸੰਤ ਹੈ, ਨਾਮ ਤਾਂ ਉਹਦਾ ਸੰਤਾਂ ਵਾਲੀ ਗੱਲ ਬਹੁਤੀ ਨਹੀਂ। ਜਦੋਂ ਮੁੱਖ ਮੰਤਰੀ ਬਣ ਗਿਆ ਤੇ ਇੱਕ ਕਰੇਲਾ ਦੂਸਰਾ ਨੀਮ ਚੜਿਆ, ਉਹਦੇ ਨਾਲ ਉਹਦਾ ਰੋਹ ਹੋਰ ਵੱਧ ਗਿਆ ਤੇ ਬਾਕੀ ਸਾਰਿਆਂ ਨੂੰ ਦਬਾਉਂਦਾ ਰਿਹਾ। ਹੁਣ ਉੱਥੇ ਸਥਿਤੀ ਇਹ ਆ ਕਿ ਉਹਦੇ 5 ਸਾਲਾਂ ਦਾ ਆਖਰੀ ਸਾਲ ਚੱਲਦਾ ਪਿਆ। ਵੋਟਾਂ ਉੱਥੇ ਵੀ ਉਦੋਂ ਪਈਆਂ ਸੀ ਜਦੋਂ ਪੰਜਾਬ 'ਚ ਪਈਆਂ ਸੀ ਜੀ। ਚੋਣਾਂ ਅਗਲੇ ਸਾਲ ਇੱਥੇ ਵੀ ਉਦੋਂ ਹੋਣਗੀਆਂ ਤੇ ਉੱਥੇ ਵੀ ਉਦੋਂ ਹੋਣਗੀਆਂ। ਜਿੱਦਾਂ ਇੱਥੇ ਮੰਗ ਉੱਠਦੀ ਪਈ ਉੱਥੇ ਵੀ ਆ। ਉੱਥੇ ਆਰਐਸਐਸ ਦੇ ਜਿਹੜੇ ਦਿੱਲੀ ਤੋਂ ਆਏ ਸੀਗੇ ਖਾਸ ਏਲਚੀ, ਉਹਨਾਂ ਆ ਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨਾਲ ਵੀ ਗੱਲਾਂ ਬਾਤਾਂ ਕੀਤੀਆਂ, ਮੰਤਰੀਆਂ ਨਾਲ ਵੀ ਕੀਤੀਆਂ, ਵਿਧਾਇਕਾਂ ਨਾਲ ਵੀ ਕੀਤੀਆਂ, ਪਾਰਲੀਮੈਂਟ ਮੈਂਬਰਾਂ ਨਾਲ ਵੀ। ਦੋਵਾਂ ਧਿਰਾਂ ਨੂੰ ਸੁਣਿਆ। ਲੱਗਦਾ ਇਹ ਹੈ ਕਿ ਦਬਾਅ ਬਹੁਤ ਜ਼ਿਆਦਾ ਪੈ ਰਿਹਾ, ਯੋਗੀ ਆਦਿੱਤਿਆਨਾਥ ਨੂੰ ਬਦਲਣ ਦੀ ਨੌਬਤ ਵੀ ਆ ਸਕਦੀ ਹੈ। ਤੇ ਜੇ ਇਸ ਪੜਾਅ ਦੇ ਉੱਤੇ ਭਾਜਪਾ ਨੇ ਉਹਨੂੰ ਬਦਲਿਆ ਤਾਂ ਵੀ ਨੁਕਸਾਨ ਹੋਣਾ, ਨਾ ਬਦਲਿਆ ਤੇ ਜਿੰਨਾ ਉਹਦਾ ਵਿਰੋਧ ਖੜਾ ਹੋ ਗਿਆ ਨੁਕਸਾਨ ਇਹਨਾਂ ਦਾ ਤਾਂ ਵੀ ਹੋਣਾ ਹੀ ਹੋਣਾ। ਪਨੂ ਸਾਹਿਬ, ਸਿਲੇਬਸ ਆ ਪੜ੍ਹਨਾ ਤਾਂ ਉਹੀ ਪੈਣਾ ਜਿਹੜਾ ਯੂਨੀਵਰਸਿਟੀ ਤੋਂ ਆਉਂਦਾ, ਭਾਵੇਂ ਨਾਗਪੁਰ ਵਾਲੇ ਪਾਸੇ ਕਿਉਂ ਨਾ ਹੋਵੇ। ਬਹੁਤ ਬਹੁਤ ਧੰਨਵਾਦ ਖਬਰਾਂ ਤੇ ਚਰਚਾ ਕਰਨ ਲਈ। ਸੋ ਪ੍ਰੋਗਰਾਮ ਨੂੰ ਹੁਣ ਇੱਥੇ ਸਮਾਪਤ ਕਰਦੇ ਹਾਂ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।